ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕਉ। ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਬਰਨ ਨ ਸਾਕਉ। ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਾਰਤਾ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ ਬਾਣੀ ਕੇ ਬੋਹੇਤ। ਧੰਨਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੇ ਪਾਵਨ ਹਜੂਰ ਵਿਖੇ ਨਿਤ ਦੀ ਤਰ੍ਹਾਂ ਸ਼ਾਮ ਦੇ ਦੀਵਾਨਾਂ ਅੰਦਰ ਸ਼੍ਰੀ ਸਰਬਲੋ ਬੁੰਗਾ ਨੰਗਲੀ ਵਿਖੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਸਦਕਾ ਜੋ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਲੜੀਵਾਰ ਕਥਾ ਆਰੰਭ ਹੋਈ ਹੈ। 8 ਨੰਬਰ ਸ਼ਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਦੇ ਲੱਛਣ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ ਆਪਣੇ ਪਾਵਨ ਮੁਖਾਰ ਬਿੰਦ ਤੋਂ ਗੁਰੂ ਖਾਲਸਾ ਜੀ ਬਖਸ਼ਿਸ਼ ਕਰਦੇ ਪਏ ਨੇ। ਅਸ਼ਟਪਦੀ ਦਾ 8ਵਾਂ ਪਦਾ ਜਿਹੜਾ ਬੰਦ ਹੈ ਅੱਜ ਪ੍ਰਾਰੰਭ ਹੋ ਰਿਹਾ ਏ। ਆਓ ਸੁਰਤ ਇਕਾਗਰ ਕਰੋ, ਗੁਰੂ ਸਾਹਿਬ ਜੀ ਦੇ ਮੁਬਾਰਕ ਪਵਿੱਤਰ ਚਰਨਾਂ ਦਾ ਧਿਆਨ ਲਾਓ। ਸਤਿਗੁਰੂ ਜੀ ਆਪ ਵਿਚਾਰ ਕਿਰਪਾ ਕਰਕੇ ਵਿਚਾਰ ਸੇਵਾ ਕਰਵਾ ਲੈਣ। ਆਸੀਸ ਬਖਸ਼ੋ। ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਪਾਵਨ ਮੁਖਾਰ ਬਿੰਦ ਤੋਂ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਦੇ ਜੀਵਨ ਦੇ ਪ੍ਰਥਾਏ 8ਵੇਂ ਬੰਦ ਦੀ ਪ੍ਰਾਰੰਭਤਾ ਕਰਦਿਆਂ ਬਖਸ਼ਿਸ਼ ਕਰ ਰਹੇ ਨੇ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਗੁਰੂ ਖਾਲਸਾ ਜੀ ਬ੍ਰਹਮ ਗਿਆਨੀ ਜੀ ਦੇ ਅੰਦਰ ਬ੍ਰਹਮ ਵਿਆਪਕ ਹੈ। ਜਿਸ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਏ, ਬ੍ਰਹਮ ਦੀ ਪ੍ਰਾਪਤੀ ਹੈ, ਜਿਹਨੂੰ ਗੁਰੂ ਨੇ ਆਪ ਗੁਰੂ ਖਾਲਸਾ ਜੀ ਅਦਾਤ ਬਖਸ਼ ਦਿੱਤੀ ਹੈ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਕਉ ਪ੍ਰਭ ਆਪ ਕਰੇ। ਐਸੇ ਬ੍ਰਹਮ ਗਿਆਨੀ ਦੇ ਪ੍ਰਥਾਏ ਉਚਾਰਦੇ ਨੇ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਬ੍ਰਹਮ ਗਿਆਨੀ ਗੁਰੂ ਖਾਲਸਾ ਜੀ ਜੋ ਹੈ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਰਚੈਤਾ ਹੈ। ਸਾਰੀ ਸ੍ਰਿਸ਼ਟੀ ਨੂੰ ਕਰਨਹਾਰ ਕਰਨ ਵਾਲਾ ਹੈ।
ਸਾਰੀ ਸ੍ਰਿਸ਼ਟੀ ਨੂੰ ਗੁਰੂ ਖਾਲਸਾ ਜੀ ਬਣਾਉਣ ਵਾਲਾ ਹੈ। ਮਨ ਚ ਆਵੇਗਾ ਵੀ ਬਣਾਉਣ ਵਾਲਾ ਤੇ ਪਰਮੇਸ਼ਰ ਹੈ, ਈਸ਼ਵਰ ਹੈ। ਜਿਵੇਂ ਈਸ਼ਵਰ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਨਾ, ਪੈਦਾ ਕਰਨ ਵਾਲਾ, ਪਾਲਣ ਵਾਲਾ, ਸੰਘਾਰ ਕਰਨ ਵਾਲਾ, ਇਸੇ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਜੋ ਬ੍ਰਹਮ ਗਿਆਨੀ ਹੈ, ਉਹ ਸਾਰੀ ਸ੍ਰਿਸ਼ਟੀ ਨੂੰ ਗਿਆਨ ਦੇ ਕੇ ਉਹਦਾ ਕਰਤਾ ਰੂਪ ਹੈ। ਬ੍ਰਹਮ ਦਾ ਗਿਆਨ ਦਿੰਦਾ, ਬ੍ਰਹਮ ਦੇ ਨਾਲ ਜੋੜਦਾ, ਬ੍ਰਹਮ ਰੂਪ ਹੋ ਕੇ, ਕਿਉਂਕਿ ਬ੍ਰਹਮ ਗਿਆਨੀ ਵੀ ਪਰਮੇਸ਼ਰ ਦਾ ਹੀ ਰੂਪ ਹੈ ਨਾ, ਇੱਕ ਦੇਹ ਦਾ ਹੀ ਅੰਤਰਾ ਰਹਿ ਗਿਆ ਹੈ। ਆਤਮਾ ਪ੍ਰਾਤਮਾ ਏਕੋ ਕਰਾ ਵਾਲੀ ਅਵਸਥਾ ਤੇ ਹੋਏ। ਤਾਂ ਕਰਕੇ ਜ਼ਿਕਰ ਕਰਦੇ ਨੇ ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਹੀ ਕਰਤਾ ਹੈ। ਸਭਨਾਂ ਨੂੰ ਗੁਰੂ ਖਾਲਸਾ ਜੀ ਖਿੰਨ ਦੇ ਵਿੱਚ ਲੈ ਕਰ ਸਕਦਾ ਹੈ, ਪਾਲਦਾ ਹੈ, ਸਭਨਾਂ ਦਾ ਸੰਘਾਰ ਕਰ ਸਕਦਾ ਹੈ, ਪਰਵ ਸ਼ਿੰਗਾਰ ਕਰ ਸਕਦਾ ਹੈ। ਜਿਹੜੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਨੇ, ਉਹਨਾਂ ਦੇ ਅਰਦਾਸੇ ਨਾਲ ਗੁਰੂ ਖਾਲਸਾ ਜੀ ਜਿਨ੍ਹਾਂ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ, ਸੰਤਾਨ ਮਿਲ ਜਾਂਦੀ ਹੈ। ਜਿਨ੍ਹਾਂ ਨੂੰ ਕੋਈ ਦੁੱਖ ਰੋਗ ਹੈ, ਉਹਨਾਂ ਦਾ ਦੁੱਖ ਰੋਗ ਮਹਾਂਪੁਰਖਾਂ ਦੇ ਅਰਦਾਸੇ ਨਾਲ ਖੰਡਨ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਬ੍ਰਹਮ ਗਿਆਨੀ ਜਿਸ ਦੇ ਪ੍ਰਥਾਏ ਕੋਈ ਵੀ ਭਜਨ ਕਰ ਦੇਣ, ਉਹ ਭਜਨ ਅਟਲ ਹੋ ਜਾਂਦਾ ਹੈ। ਇਸ ਕਰਕੇ ਬ੍ਰਹਮ ਗਿਆਨੀ ਦੀ ਜਿਹੜੀ ਤੁਲਨਾ ਹੈ ਉਹ ਬ੍ਰਹਮ ਦੇ ਸਮਾਨ ਕੀਤੀ ਹੈ, ਕਿਉਂਕਿ ਬ੍ਰਹਮ ਦਾ ਗਿਆਨ ਹੋਣ ਕਰਕੇ ਉਹ ਵੀ ਉਸੇ ਰੂਪ ਦਾ ਹੀ ਹੋ ਗਿਆ। ਇਸੇ ਤਰੀਕੇ ਨਾਲ ਗੁਰੂ ਖਾਲਸਾ ਜੀ ਜੇ ਕਿਸੇ ਨੂੰ ਸਰਾਪ ਵੀ ਦੇ ਦੇ, ਇਹ ਗੁਰਮਤਿ ਵਿੱਚ ਵਰ ਸਰਾਪ ਜਿਹੜਾ ਹੈ ਕੋਈ ਖਾਸ ਮਾਇਨਾ ਮਹੱਤਵ ਨਹੀਂ ਰੱਖਦਾ। ਪਰ ਜੇ ਕੋਈ ਕਿਸੇ ਨੂੰ ਜ਼ਿਆਦਾ ਹੀ ਗੁਰੂ ਖਾਲਸਾ ਜੀ ਦੁੱਖ ਦਏ, ਜ਼ਿਆਦਾ ਜਲਸ ਈਰਖਾ ਕਰੇ, ਥਾਂ ਥਾਂ ਤੇ ਆਪਣੀ ਹਉਮੈ ਦਾ ਗੁਰੂ ਖਾਲਸਾ ਜੀ ਪ੍ਰਗਟਾਵਾ ਕਰੇ, ਕਿਤੇ ਬ੍ਰਹਮ ਗਿਆਨੀ ਮਹਾਂਪੁਰਖ ਦੇ ਮੁਖਾਰ ਬਿਨ ਤੋਂ ਸਹਿਜ ਸੁਭਾਏ ਕੋਈ ਬਚਨ ਗੁਰੂ ਖਾਲਸਾ ਜੀ ਨਿਕਲ ਜਾਏ ਤੇ ਉਹ ਬਚਨ ਉਹਦੀ ਕੁੱਲ ਨੂੰ ਵੀ ਲੈ ਪੈਂਦਾ। ਇਸ ਤਰੀਕੇ ਦੇ ਨਾਲ ਬ੍ਰਹਮ ਗਿਆਨੀ ਜਿਹੜਾ ਹੈ ਸਾਰੀ ਸ੍ਰਿਸ਼ਟੀ ਦਾ ਕਰਤਾ, ਗਿਆਨਵਾਨ ਰੂਪ ਕਰਤਾ ਹੈ ਜੀ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜ਼ਿਕਰ ਕਰਦੇ ਨੇ ਵੀ ਬ੍ਰਹਮ ਗਿਆਨੀ ਜਿਹੜਾ ਹੈ ਉਹ ਸਦ ਜੀਵੈ, ਸਦਾ ਹੀ ਜਿਉਂਦਾ ਹੈ, ਨਹੀਂ ਮਰਦਾ, ਭਾਵ ਕਦੇ ਵੀ ਮਰਦਾ ਨਹੀਂ ਹੈ। ਆਮ ਦੁਨੀਆ ਗੁਰੂ ਖਾਲਸਾ ਜੀ ਜਨਮ ਲੈਂਦੀ ਹੈ, ਕੁਝ ਸਮਾਂ ਜ਼ਿੰਦਗੀ ਦਾ ਗੁਜ਼ਾਰਦੇ ਨੇ ਤੇ ਮੌਤ ਦੇ ਵਸ ਹੋ ਕੇ ਤੁਰ ਜਾਂਦੇ ਨੇ। ਹੁਣ ਜੇ ਇਸ ਗੱਲ ਦੇ ਪੱਖ ਤੋਂ ਦੇਖਿਆ ਜਾਏ ਤੇ ਬਾਣੀ ਨੇ ਕਿਹਾ ਜੋ ਉਪਜਿਓ ਸੋ ਬਿਨਸ ਹੈ। ਜੋ ਕੁਝ ਵੀ ਪੈਦਾ ਹੋਇਆ ਹੈ ਉਹ ਬਿਨਸਨਹਾਰ ਹੈ, ਬਿਨਸਦਾ ਹੈ, ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ, ਨਾਸ਼ ਹੋ ਜਾਂਦਾ ਹੈ। ਪਰ ਬ੍ਰਹਮ ਗਿਆਨੀ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਸਦ ਜੀਵੈ ਨਹੀਂ ਮਰਦਾ। ਹੁਣ ਸਰੀਰ ਤੇ ਗੁਰੂ ਖਾਲਸਾ ਜੀ ਪੰਜ ਭੂਤਕ ਹੈ। ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਦੀ ਦੇਖ, ਦਿਵਸ ਚਾਰ ਕੋ ਪੇਖਨਾ ਅੰਤ ਖੇ ਕੀ ਖੇਹ। ਸਰੀਰ ਦਾ ਦੇਵਰਾ ਤੇ ਭੱਜ ਜਾਂਦਾ ਹੈ। ਕਬੀਰ ਸਾਹਿਬ ਨੇ ਕਿਹਾ ਨਾ, ਇਹੋ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ। ਸਰੀਰ ਦਾ ਦੇਵਰਾ ਗੁਰੂ ਖਾਲਸਾ ਜੀ ਸਭਨਾ ਦਾ। ਬਾਣੀ 'ਚ ਸ਼ਬਦ ਆਉਂਦਾ, ਰਾਣਾ ਰਾਓ ਨਾ ਕੋ ਰਹਾ, ਰੰਗ ਨਾ ਤੁੰਗ ਫਕੀਰ। ਸਰੀਰ ਕਰਕੇ ਗੁਰੂ ਖਾਲਸਾ ਜੀ ਵੱਡ ਵਡੇਰਿਆਂ ਨੂੰ ਵੀ ਇਹ ਸੰਸਾਰ ਤੋਂ ਜਾਣਾ ਪਿਆ ਹੈ। ਵੱਡੇ ਵੱਡੇ ਰਾਜੇ ਰਜਵਾੜੇ, ਧਰਮ ਕਰਨ ਵਾਲੇ, ਅਧਰਮ ਕਰਨ ਵਾਲੇ, ਵੱਡੀ ਵੱਡੀ ਉੱਚੀ ਅਵਸਥਾ ਦੇ ਰੰਗ ਨਾ ਤੁੰਗ ਫਕੀਰ, ਜਿਨ੍ਹਾਂ ਦੀ ਗੁਰੂ ਖਾਲਸਾ ਜੀ ਰੰਗ ਅਵਸਥਾ ਤੁੰਗ ਬਹੁਤ ਉੱਚੀ ਸੀ, ਰੱਬ ਵੱਲ ਨੂੰ ਮਾੜੀ ਜੀ ਨਿਗਾਹ ਮਾਰਦੇ ਸੀ, ਜੋ ਚਾਹੁੰਦੇ ਸੀ ਉਹੋ ਹੀ ਕਰਵਾ ਲੈਂਦੇ ਸੀ। ਮਾੜਾ ਜਿਹਾ ਪਰਮੇਸ਼ਰ ਵੱਲ ਨੂੰ ਧਿਆਨ ਲਾਉਣਾ, ਜੋ ਚਾਹਣਾ ਉਹੋ ਹੀ ਕਰਵਾ ਲੈਣਾ, ਐਨੀ ਅਵਸਥਾ ਦੇ ਮਾਲਕ। ਮਾੜਾ ਜਿਹਾ ਫੁਰਨਾ ਕਰਨਾ ਤੇ ਸਰੀਰ ਚੋਂ ਬਾਹਰ ਹੋ ਜਾਣਾ, ਬ੍ਰਹਮੰਡਾਂ ਵਿੱਚੋਂ ਵਿਚਰ ਆਉਣਾ, ਪਰਲੋਕ ਵਿੱਚ ਸੇਵਕਾਂ ਦੀ ਰੱਖ ਆਉਣੀ। ਐਸੀ ਕਰਨੀ ਦੇ ਮਾਲਕ ਗੁਰੂ ਖਾਲਸਾ ਜੀ ਸਰੀਰ ਦਾ ਜਿਹੜਾ ਦੇਰਾ ਉਹਨਾਂ ਵੀ ਭੰਨ ਲਿਆ, ਸਦਾ ਨਹੀਂ ਰੱਖਿਆ।
ਦੁਨਿਆਵੀ ਤੌਰ ਤੇ ਜੇ ਅਸੀਂ ਇਹਦੀ ਤੁਲਨਾ ਆਪਣੇ ਨਾਲ ਜੋੜ ਕੇ ਕਰੀਏ ਤੇ ਬਣ ਨਹੀਂ ਆਉਂਦੀ। ਆਪਾਂ ਜੰਮੇ ਆ, ਮਰ ਜਾਣਾ ਏ, ਸਾਨੂੰ ਕਿਸੇ ਨੇ ਪੁੱਛਣਾ, ਕਿਸੇ ਘੜੀ ਰੋਣਾ, ਕਿਸੇ ਪਲ ਰੋਣਾ, ਕਿਸੇ ਅੱਜ ਰੋਣਾ, ਕਿਸੇ ਕੱਲ ਰੋਣਾ, ਗੱਲ ਖਤਮ ਹੋ ਜਾਣੀ ਹੈ। ਬ੍ਰਹਮ ਗਿਆਨੀ ਗੁਰੂ ਖਾਲਸਾ ਜੀ ਬ੍ਰਹਮ ਕਰਕੇ ਸਦਾ ਜਿਉਂਦਾ ਰਹਿੰਦਾ। ਬਾਣੀ ਵਿੱਚ ਮਨੁੱਖ ਦੇ ਪਰਥਾਏ ਬੜਾ ਸੁੰਦਰ ਜ਼ਿਕਰ ਆਇਆ ਏ। ਆਇਆ, ਗਿਆ, ਮੋਇਆ, ਨਾਉ। ਬੰਦਿਆ ਤੂੰ ਆਇਆ ਏ ਦੁਨੀਆ ਦੇ ਉੱਪਰ, ਜ਼ਮੀਨ ਜਾਇਦਾਦ ਜੋੜੀ ਹੈ, ਝਗੜੇ, ਈਰਖਾ, ਹੰਕਾਰ ਕੀਤਾ, ਖਾਧਾ ਪੀਤਾ, ਤਰ੍ਹਾਂ ਤਰ੍ਹਾਂ ਦੇ ਵਸਤਰ, ਮਨ ਰਸ ਲਾਏ ਨੇ, ਤੇ ਦੁਨੀਆ ਤੋਂ ਰੱਬ ਨੂੰ ਯਾਦ ਕਰਨ ਤੋਂ ਬਿਨਾਂ ਹੀ ਤੁਰ ਗਿਆ ਏ। ਉੱਡਿਆ ਹੰਸ ਦਸਾਏ ਰਾਹ, ਗਿਆ ਸੇ ਗੀਤ ਪੁਕਾਰੀ ਧਾਹ। ਕੱਲ ਅੱਗੇ ਹੰਸ ਉੱਡ ਗਿਆ ਏ, ਦੇਹ ਵੱਖਰੀ ਹੋ ਗਈ ਹੈ, ਤੇ ਯਾਦ ਰੱਖੀ ਜਿੱਦਾਂ ਤੂੰ ਗਿਆ ਏ, ਨਾਲ ਹੀ ਦੁਨੀਆ ਤੋਂ ਤੇਰਾ ਨਾਮੋ ਨਿਸ਼ਾਨ ਖਤਮ ਹੋ ਗਿਆ ਏ। ਆਇਆ, ਗਿਆ, ਮੋਇਆ, ਨਾਉ। ਨਾਲ ਦੀ ਨਾਲ ਹੀ ਬੰਦਿਆ ਤੇਰਾ ਨਾਮ ਵੀ ਦੁਨੀਆ ਤੋਂ ਖਤਮ ਹੋ ਗਿਆ। ਪਰ ਜਿਹੜੇ ਬ੍ਰਹਮ ਗਿਆਨੀ ਨੇ, ਅਜੇ ਕਾਲੀ ਗੁਰੂ ਖਾਲਸਾ ਜੀ, ਸ਼੍ਰੀ ਬਾਬਾ ਬਕਾਲਾ ਸਾਹਿਬ, ਮਹਾਂਪੁਰਖ ਬਾਬਾ ਪਾਲਾ ਸਿੰਘ ਸਾਹਿਬ ਜੀ ਦੀ ਵਰਸੀ ਮਨਾਈ ਹੈ। ਹੜ ਆਇਆ ਸੀ ਸੰਗਤਾਂ ਦਾ, ਉੱਥੇ ਤਿਲ ਮਾਰਿਆ ਪੁੰਜੇ ਨਹੀਂ ਸੀ ਪੈਂਦਾ। ਅਣਗਿਣਤ ਬੇਸ਼ੁਮਾਰ ਇਸੇ ਤਰੀਕੇ ਨਾਲ, ਕਿਉਂਕਿ ਉਹਨਾਂ ਦੀ ਕਮਾਈ ਹੈ। ਕਮਾਈ ਕਰਕੇ ਬ੍ਰਹਮ ਗਿਆਨੀ ਅੱਜ ਵੀ ਜਿਉਂਦਾ ਹੈ। ਤਾਂ ਕਰਕੇ ਜ਼ਿਕਰ ਕਰਦੇ ਨੇ, ਕਈ ਇੱਥੇ ਸ਼ੰਕਾ ਕਰ ਲੈਂਦੇ ਜੀ ਉਹ ਤੇ ਸਰੀਰ ਕਰਕੇ ਚਲੇ ਗਏ। ਗੁਰੂ ਖਾਲਸਾ ਜੀ ਸਰੀਰ ਕਰਕੇ ਹੀ ਗਏ ਨੇ, ਆਤਮਾ ਕਰਕੇ ਤੇ ਇੱਥੇ ਰਹਿੰਦੇ ਨੇ, ਕਮਾਈ ਕਰਕੇ ਇੱਥੇ ਰਹਿੰਦੇ ਨੇ। ਉਹ ਬ੍ਰਹਮ ਗਿਆਨੀ ਨੇ ਬ੍ਰਹਮ ਨੂੰ ਜਾਣਿਆ ਹੁੰਦਾ ਹੈ, ਬ੍ਰਹਮ ਨੂੰ ਪਾਇਆ ਹੁੰਦਾ ਹੈ, ਬ੍ਰਹਮ ਦੇ ਵਿੱਚ ਅਭੇਦ ਹੋਇਆ ਹੁੰਦਾ ਹੈ। ਉਹ ਗੁਰੂ ਖਾਲਸਾ ਜੀ ਸਰੀਰ ਦਾ ਦੇਹਰਾ ਪਾ ਕੇ ਫਿਰ ਬ੍ਰਹਮ ਜੀ ਚਲਿਆ ਜਾਂਦਾ ਹੈ। ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਜਮ ਜਮ ਮਰਾ, ਮਰਾ ਫਿਰ ਜੰਮੈ, ਬਹੁਤ ਸਜਾਏ ਪਿਆ ਦੇਖ ਲੰਮੈ, ਇਸ ਗੇੜ ਵਿੱਚ ਨਹੀਂ ਪੈਂਦਾ। ਇਹਦੇ 'ਚ ਆਪਣੇ ਵਰਗੇ ਪੈਂਦੇ ਜਿਹੜੇ ਰੱਬ ਤੋਂ ਮੁਨਕਰ ਰਹਿੰਦੇ ਨੇ, ਬੇਮੁਖ ਹੋ ਜਾਂਦੇ ਨੇ, ਨਿਸ਼ਤਰ ਜੀਵਨ ਰੱਖਦੇ ਨੇ। ਜਿਹੜੇ ਗੁਰੂ ਖਾਲਸਾ ਜੀ ਆਸਾ ਦੇ ਨਾਲ ਜੀਵੈ ਆਸਾ ਮਰਹਿ ਨਿਰਾਸਾ, ਆਸਾਵਾਨ ਪਰਮੇਸ਼ਰ ਦੇ ਸਨਮੁਖ ਭਾਣੇ ਵਿੱਚ ਸ਼ੁਕਰਾਨੇ ਵਿੱਚ ਜਿਉਂਦੇ ਨੇ, ਉਹ ਗੁਰੂ ਖਾਲਸਾ ਜੀ ਸਦੀਵੀ ਕਾਲ ਜ਼ਿੰਦਗੀ ਵਿੱਚ ਵਿਚਰਦੇ। ਤਾਂ ਕਰਕੇ ਜ਼ਿਕਰ ਕਰਦੇ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਬ੍ਰਹਮ ਗਿਆਨੀ ਹਮੇਸ਼ਾ ਹੀ ਗੁਰੂ ਖਾਲਸਾ ਜੀ ਜਿਉਂਦਾ ਰਹਿੰਦਾ ਹੈ। ਬ੍ਰਹਮ ਦੇ ਪ੍ਰਾਪਤੀ ਕਰਕੇ, ਬ੍ਰਹਮ ਵਿਆਪਕ ਕਰਕੇ, ਬ੍ਰਹਮ ਦੀ ਅਭੇਦਤਾ ਕਰਕੇ, ਜੀਵਨ ਦੀ ਕਮਾਈ ਕਰਕੇ ਸਦਾ ਹੀ ਜਿਉਂਦਾ, ਭਾਵ ਕਦਾਚਿਤ ਵੀ ਮਰਦਾ ਨਹੀਂ ਹੈ ਜੀ। ਬ੍ਰਹਮ ਗਿਆਨੀ ਮੁਕਤ ਜੁਗਤ ਜੀਅ ਕਾ ਦਾਤਾ। ਜੋ ਬ੍ਰਹਮ ਗਿਆਨੀ ਹੈ ਨਾ, ਉਹ ਗੁਰੂ ਖਾਲਸਾ ਜੀ ਮੁਕਤ ਮੁਕਤੀ ਦਾ, ਜੁਗਤ ਜੁਗਤੀ ਦਾ, ਜੀਵਨ ਜੁਗਤ ਜੀਵਨ ਜਾਚ, ਜਾਂ ਇੰਝ ਕਹਿ ਲਈਏ ਵੀ ਜੀਵਨ ਨੂੰ ਮੁਕਤੀ ਵਾਲੇ ਪਾਸੇ ਜੋੜਨ ਦਾ, ਜੀਵਨ ਨੂੰ ਪਰਮੇਸ਼ਰ ਨਾਲ ਜੋੜਨ ਦਾ ਦਾਤਾ ਹੈ। ਬ੍ਰਹਮ ਗਿਆਨੀ ਮੁਕਤ ਮੁਕਤੀ ਦਾ। ਇੱਕ ਥਾਂ ਗੁਰੂ ਖਾਲਸਾ ਜੀ ਇਹੋ ਜਿਹੀ ਆਉਂਦੀ ਆ ਵੀ ਮਨੁੱਖ ਕਹਿੰਦਾ ਵੀ ਮੈਂ ਮੁਕਤ ਹੋ ਜਾ, ਛੁੱਟ ਜਾ, ਕਲਿਆਣ ਹੋ ਜੇ, ਬਚ ਜਾ। ਪਰ ਇੱਕ ਥਾਂ ਇਹੋ ਜਿਹੀ ਵੀ ਆ ਜਾਂਦੀ ਆ ਜਿੱਥੇ ਸਿੱਖ ਮੁਕਤੀ ਨੂੰ ਵੀ ਪਾਸੇ ਕਰ ਦਿੰਦਾ ਵੀ ਨਹੀਂ, ਮੁਕਤੀ ਦੀ ਵੀ ਲੋੜ ਕੋਈ ਨਹੀਂ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾ। ਮੁਕਤੀ ਬੜੀ ਵੱਡੀ ਦਾਤ ਹੈ, ਹਰ ਜੀਵ ਦੇ ਕੋਲੋਂ ਮੁਕਤ ਨਹੀਂ ਹੋਇਆ ਜਾਂਦਾ। ਆਪਾਂ ਦੇ ਗੁਰੂ ਖਾਲਸਾ ਜੀ, ਕਿਸੇ ਬੰਦੇ ਨੇ ਕਿਤੇ ਸਭਾ 'ਚ ਬੋਲ ਦਿੱਤਾ, ਬੋਲਿਆ ਕਿਸੇ ਨੂੰ ਆ, ਤੇ ਸਾਡੇ ਮਨ ਨੂੰ ਭਰਮ ਪੈ ਗਿਆ। ਸਾਰੀ ਜ਼ਿੰਦਗੀ ਇੱਕ ਬੋਲ ਦੇ ਵਿੱਚੋਂ ਮੁਕਤ ਨਹੀਂ ਹੋਇਆ ਗਿਆ। ਮਾਇਆ ਮਮਤਾ ਬੰਧਨ, ਫਿਰ ਜੰਮਣ ਮਰਨ ਚੋਂ ਮੁਕਤ ਕਿੱਥੋਂ ਹੋਇਆ ਜਾਂਦਾ। ਸਾਨੂੰ ਤੇ ਕਿਸੇ ਨੇ ਮਜਲਿਸ 'ਚ ਦੋ ਬੋਲ ਹੀ ਬੋਲ ਦਿੱਤੇ ਨਾ ਕੌੜੇ, ਤੇ ਰਾਤ ਬੜਾ ਕੇ ਉੱਠੀ ਦਾ, ਰੋਟੀ ਨਹੀਂ ਲੰਘਦੀ ਵੀ ਇਹਨੇ ਮਾੜਾ ਆਖਿਆ। ਸਾਡੇ ਕੋਲ ਤੇ ਦੋ ਬੋਲਾਂ ਤੋਂ ਮੁਕਤ ਨਹੀਂ ਹੋਇਆ ਗਿਆ, ਆ ਮਾਇਆ ਤੋਂ ਮੁਕਤ ਨਹੀਂ ਹੋਇਆ ਗਿਆ, ਧੀਆਂ ਪੁੱਤਾਂ ਤੋਂ ਮੁਕਤ ਨਹੀਂ ਹੋਇਆ ਗਿਆ, ਵਿਸ਼ੇ ਵਿਕਾਰਾਂ ਤੋਂ ਮੁਕਤ ਨਹੀਂ ਹੋਇਆ ਗਿਆ, ਫਿਰ ਸਰੀਰ ਤੋਂ ਸੰਸਾਰ ਤੋਂ ਮੁਕਤ ਕਿਵੇਂ ਹੋਣਾ ਹੈ। ਮੁਕਤੀ ਬੜੀ ਵੱਡੀ ਦਾਤ ਹੈ। ਇਹ ਮੁਕਤੀ ਦੀ ਦਾਤ ਗੁਰੂ ਖਾਲਸਾ ਜੀ ਫਿਰ ਬ੍ਰਹਮ ਗਿਆਨੀ ਹੀ ਬਖਸ਼ਦਾ।
ਬ੍ਰਹਮ ਗਿਆਨੀ ਮੁਕਤ ਜੁਗਤ ਜੀ, ਤਿੰਨਾਂ ਦਾ ਹੀ ਮੁਕਤੀ ਦਾ, ਜੁਗਤੀ ਦਾ ਤੇ ਜੀਆਂ ਦਾ ਦਾਤਾ ਕਹੀਏ, ਮਾਲਕ ਹੈ, ਸੁਆਮੀ ਹੈ। ਬ੍ਰਹਮ ਗਿਆਨੀ ਮੁਕਤੀ ਕਰਨ ਵਾਲਾ ਹੈ, ਮੁਕਤੀ ਦਾ ਮਾਰਗ ਦੇਣ ਵਾਲਾ ਹੈ, ਔਰ ਜੀਵਾਂ ਨੂੰ ਪਰਮੇਸ਼ਰ ਦੇ ਨਾਲ ਜੁਗਤ ਕਹੀਏ ਜੋੜਨ ਵਾਲਾ ਹੈ, ਜੋੜਨ ਦੀ ਜੁਗਤ ਦੇਣ ਵਾਲਾ ਹੈ, ਜੀਵਨ ਦੀ ਜੁਗਤੀ ਜਾਨ ਜਿਹੜਾ ਦੇਣ ਵਾਲਾ ਦਾਤਾ ਮਾਲਕ ਹੈ ਜੀ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਔਰ ਨਾਲ ਦੀ ਨਾਲ ਫਿਰ ਜ਼ਿਕਰ ਕਰਦੇ ਨੇ, ਜੋ ਬ੍ਰਹਮ ਗਿਆਨੀ ਹੈ ਨਾ ਗੁਰੂ ਖਾਲਸਾ ਜੀ, ਪੂਰਨ ਪੁਰਖ, ਪੂਰਨ ਕਹੀਏ ਵਿਆਪਕ। ਪੁਰਖ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ, ਪੂ ਨਾਮੇ ਨਰਕ ਤੋਂ ਰੱਖ ਰੱਖਿਆ ਕਰਨ ਵਾਲਾ ਹੈ। ਪੁਰਖ ਦੇ ਅਰਥ ਕੀਤੇ ਨੇ ਪੁਰੀ ਪੁਰੀ ਬਸੰਤਾ ਸਾ ਪੁਰਖਾ, ਜਿਹਦਾ ਪੁਰੀ ਪੁਰੀ ਵਿੱਚ ਵਾਸਾ ਹੈ। ਖਖੇ ਨੂੰ ਔਂਕੜ ਇੱਕ ਪੁਰਖ ਦੀ ਬਾਤ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਪੂ ਨਰਕ ਤੋਂ ਰੱਖ ਰੱਖਿਆ ਕਰਨ ਵਾਲਾ, ਹਰੇਕ ਪੁਰੀ ਪੁਰੀ ਵਿੱਚ ਵਾਸਾ ਰੱਖਣ ਵਾਲਾ, ਵਿਧਾਤਾ ਕਹੀਏ ਫਲ ਦੇਣ ਵਾਲਾ, ਫਲ ਪ੍ਰਦਾਤਾ ਹੈ। ਬ੍ਰਹਮ ਗਿਆਨੀ ਇੰਨੀ ਵੱਡੀ ਬਖਸ਼ਿਸ਼ ਦਾ ਮਾਲਕ ਹੈ, ਇੰਨੀ ਵੱਡੀ ਆਸ ਦਾ ਮਾਲਕ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸਭਨਾਂ ਨੂੰ ਹੀ ਮੁਕਤੀ ਦੀ ਦਾਤ ਦਿੰਦਾ ਹੈ। ਸਭਨਾਂ ਨੂੰ ਗੁਰੂ ਖਾਲਸਾ ਜੀ ਆਪਣੇ ਚਰਨਾਂ ਦੇ ਨਾਲ ਜੋੜਦਾ ਹੈ। ਸਭਨਾਂ ਨੂੰ ਹੀ ਉਹਨਾਂ ਦੇ ਕਰਮਾਂ ਅਨੁਸਾਰ ਫਲ ਵੀ ਦੇ ਦਿੰਦਾ। ਜਿਵੇਂ ਪਰਮੇਸ਼ਰ ਵਿਧਾਤਾ ਹੈ ਨਾ, ਕਰਮ ਦੇ ਅਨੁਸਾਰ ਫਲ ਦਿੰਦਾ ਹੈ, ਫਲ ਪ੍ਰਾਪਤੀ ਕਰਾਉਣ ਵਾਲਾ ਹੈ। ਇਵੇਂ ਬ੍ਰਹਮ ਗਿਆਨੀ ਵੀ ਪੂਰਨ ਹੈ, ਸਭਨਾ ਥਾਵਾਂ ਤੇ ਵਿਆਪਕ ਹੈ, ਸਭਨਾ ਦੇ ਅੰਦਰ ਦੀ ਭਾਵਨਾ ਨੂੰ ਜਾਣਦਾ ਹੈ। ਦੂਜਾ ਗੁਰੂ ਖਾਲਸਾ ਜੀ ਹਰ ਥਾਂ ਤੇ ਸਭਨਾ ਦੇ ਅੰਦਰ ਦੀ ਜਾਣਦਾ ਹੋਇਆ ਸਭਨਾ ਦੀ ਸਾਰ ਵੀ ਰੱਖਦਾ। ਜਿਹੜੇ ਫਿਰ ਸੰਗੀ ਹੋ ਜਾਂਦੇ ਨੇ ਉਹਨਾਂ ਦੀ ਗੁਰੂ ਖਾਲਸਾ ਜੀ ਫਿਰ ਪਾਲਣਾ ਵੀ ਕਰਦਾ ਔਰ ਕਰਮਾਂ ਅਨੁਸਾਰ ਫਲ ਵੀ ਦਿੰਦਾ ਹੈ। ਕਈ ਮਹਾਂਪੁਰਖ ਦੱਸਦੇ ਨੇ ਕਿ ਜਿਵੇਂ ਅਦਾਲਤਾਂ ਦੇ ਵਿੱਚ ਗੁਰੂ ਖਾਲਸਾ ਜੀ ਵਕੀਲ ਬੈਠੇ ਹੁੰਦੇ ਆ ਨਾ, ਇੱਕ ਜੱਜ ਹੁੰਦਾ ਤੇ ਵਕੀਲਾਂ ਦੀ ਲੰਬੀ ਕਤਾਰ ਲੱਗੀ ਹੁੰਦੀ ਆ, ਤੇ ਜਦੋਂ ਆਪਾਂ ਕੇਸ ਲੜਨ ਜਾਂਦੇ ਆ, ਮਾਲਕ ਕਿਸੇ ਨੂੰ ਕੇਸ ਪਾਵੇ ਨਾ, ਜਿਨ੍ਹਾਂ ਨੂੰ ਪਏ ਨੇ ਪੁੱਛ ਕੇ ਵੇਖੋ ਕੀ ਪਾ ਬੀਤਦੀ ਆ। ਜਦੋਂ ਆਪਾਂ ਅਦਾਲਤਾਂ 'ਚ ਫਿਰ ਜੱਜ ਦੇ ਸਾਹਮਣੇ ਪੇਸ਼ ਹੋਣਾ ਹੁੰਦਾ ਤੇ ਕੋਈ ਵਕੀਲ ਕਰਨਾ ਪੈਂਦਾ, ਤੇ ਜਿਹੜੇ ਵਕੀਲ ਨੂੰ ਕਰੀਏ ਉਹੋ ਹੀ ਸਾਡੀ ਬਾਤ ਕਰਦਾ, ਦੂਜਾ ਕੋਈ ਨਹੀਂ ਜੇ ਕਰਦਾ। ਜਿਨ੍ਹਾਂ ਗੱਲਬਾਤ ਕੀਤੀ ਹੋਵੇ, ਹੱਥ ਰਲਾਏ ਹੋਣ, ਜਿਹਦੇ ਅੱਗੇ ਤਰਲਾ ਮਿੰਟ ਕਰੀਏ ਉਹੋ ਹੀ ਸਾਡੀ ਬਾਹ ਪਕੜਦਾ ਹੈ ਉੱਥੇ, ਉਹ ਸਾਡੇ ਨਿਆਂ ਲਈ ਲੜਦਾ ਏ, ਦੂਜਾ ਨਹੀਂ ਕੋਈ। ਇਦਾਂ ਹੀ ਮਹਾਂਪੁਰਖ ਦੱਸਦੇ ਨੇ ਵੀ ਪਰਮੇਸ਼ਰ ਦੀ ਦਰਗਾਹ ਵਿੱਚ ਮਾਲਕ ਸੁਭਾਏ ਮਾਨ ਹੈ ਜੱਜ ਦੀ ਨਿਆਈ ਹੋ ਕੇ। ਤੇ ਜਿੰਨੇ ਸਾਧੂ ਸੰਤ ਬ੍ਰਹਮ ਗਿਆਨੀ ਮਹਾਂਪੁਰਖ ਨੇ, ਇਹ ਗੁਰੂ ਖਾਲਸਾ ਜੀ ਵਕੀਲਾਂ ਦੀ ਨਿਆਈ ਅੱਗੇ ਬੈਠੇ ਨੇ। ਜਦੋਂ ਫਿਰ ਜਿਹੜੇ ਮਹਾਂਪੁਰਖ ਦਾ ਸੰਗੀ ਉਸ ਦਰਗਾਹ ਵਿੱਚ ਜਾਂਦਾ ਹੈ, ਜਿਸ ਮਹਾਂਪੁਰਖ ਦਾ ਗੁਰੂ ਖਾਲਸਾ ਜੀ ਕੋਈ ਸੰਗੀ, ਜਿਹਦੀ ਸੰਗਤ ਕਰਨ ਵਾਲਾ, ਉਪਦੇਸ਼ ਭਾਵਨਾ ਰੱਖਣ ਵਾਲਾ, ਜਾਂ ਜਿਹਦੇ ਰਾਹੀਂ ਮਾਲਕ ਦੇ ਨਾਲ ਜੁੜਿਆ ਹੈ, ਜਦੋਂ ਉਹ ਫਿਰ ਪਰਮੇਸ਼ਰ ਦੀ ਦਰਗਾਹ 'ਚ ਜਾਂਦਾ ਹੈ ਤੇ ਉਹ ਫਿਰ ਬ੍ਰਹਮ ਗਿਆਨੀ ਮਹਾਂਪੁਰਖ ਸਾਧੂ ਸੰਤ ਉਹਦੀ ਜਾਮਣੀ ਦਿੰਦੇ ਨੇ, ਗਵਾਹੀ ਦਿੰਦੇ ਨੇ। ਜਿਨ੍ਹਾਂ ਦੀ ਸੰਗਤ ਕੀਤੀ ਹੋਵੇ, ਸੰਗ ਕੀਤਾ ਹੋਵੇ, ਜਿਨ੍ਹਾਂ ਦਾ ਗੁਰੂ ਖਾਲਸਾ ਜੀ ਸੇਵਨ ਕੀਤਾ ਹੋਵੇ, ਬਚਨ ਮੰਨਿਆ ਹੋਵੇ, ਉਹ ਵੀ ਫਿਰ ਭਾਵੇਂ ਇੱਥੇ ਹੀ ਜਹਾਨ 'ਚ ਵਿਚਰਦੇ ਹੋਣ, ਉਹ ਸੁਰਤ ਕਰਕੇ ਦੇਹ ਤੋਂ ਬਾਹਰ ਹੋ ਕੇ ਗੁਰੂ ਖਾਲਸਾ ਜੀ ਪਰਲੋਕ 'ਚ ਜਾਮਣੀ ਭਰ ਕੇ ਆਉਂਦੇ। ਤਾਂ ਕਰਕੇ ਜ਼ਿਕਰ ਕਰਦੇ ਨੇ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਵਿਆਪਕ ਹੈ, ਹਰ ਥਾਂ ਤੇ ਪੂਰਨ ਨਰਕ ਆਦਿ ਤੋਂ ਗੁਰੂ ਖਾਲਸਾ ਜੀ ਰੱਖ ਰੱਖਿਆ ਕਰਨ ਵਾਲਾ, ਸਭਨਾਂ ਨੂੰ ਫਲ ਦੇਣ ਵਾਲਾ, ਫਲ ਪ੍ਰਦਾਤਾ ਹੈ ਜੀ। ਬ੍ਰਹਮ ਗਿਆਨੀ ਅਨਾਥ ਕਾ ਨਾਥ। ਅੱਗੇ ਜ਼ਿਕਰ ਕਰਦੇ ਨੇ ਵੀ ਜੋ ਬ੍ਰਹਮ ਗਿਆਨੀ ਹੈ ਉਹ ਗੁਰੂ ਖਾਲਸਾ ਜੀ ਅਨਾਥ, ਜਿਨ੍ਹਾਂ ਦਾ ਕੋਈ ਨਹੀਂ ਹੁੰਦਾ, ਨਾ ਮਾਈ ਨਾ ਬਾਪ, ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਮਿਲਦਾ। ਸਭੋ ਭੱਜਾ ਆਸਰਾ ਚੁੱਕਾ ਸਭ ਅਸਰਾਓ, ਜਿਨ੍ਹਾਂ ਦੇ ਸਭ ਆਸਰੇ ਖੁੱਸ ਜਾਣ। ਮਾਤਾ ਪਿਤਾ ਦਾ ਸਾਇਆ ਉੱਠ ਜਾਏ, ਰਿਸ਼ਤੇਦਾਰ ਪਾਸਾ ਕਿਨਾਰਾ ਕਰ ਜਾਣ, ਸੰਬੰਧੀ ਦੌੜ ਜਾਣ,
ਉਧਰੋਂ ਦੁੱਖਾਂ ਦਾ ਵੀ ਘੇਰਾ ਪੈ ਜਾਏ, ਜਿਹਦਾ ਕੋਈ ਨਹੀਂ ਗੁਰੂ ਖਾਲਸਾ ਜੀ ਬ੍ਰਹਮ ਗਿਆਨੀ ਉਹਦਾ ਮਾਲਕ ਮਾਈ ਬਾਪ ਬਣ ਕੇ ਉਹਦਾ ਸਾਥ ਦਿੰਦਾ। ਬਾਣੀ 'ਚ ਸ਼ਬਦ ਆਉਂਦਾ ਏ, ਸਿੱਖ ਗੁਰੂ ਅੱਗੇ ਅਰਜ਼ ਕਰਦਾ ਹੈ ਵੀ ਮਹਾਰਾਜ ਕਿਸੇ ਦਾ ਕੋਈ ਹੋਵੇਗਾ, ਕਿਸੇ ਦਾ ਕੋਈ ਹੋਵੇਗਾ, ਪਰ ਜੇ ਮੈਂ ਆਪਣੀ ਗੱਲ ਕਰਾਂ ਤੇ ਗਰੀਬ ਨਵਾਜ ਮੇਰਾ ਗਰੀਬ ਦਾ ਕੇਵਲ ਤੇ ਕੇਵਲ ਤੂੰ ਹੈ। ਮੈਨੂੰ ਤੇਰਾ ਆਸਰਾ ਹੈ, ਕਿਤ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਮੈਨੂੰ ਤੇਰਾ ਆਸਰਾ ਹੈ। ਇਸ ਵਾਸਤੇ ਬ੍ਰਹਮ ਗਿਆਨੀ ਨੇ ਖਸਮਿਆਂ ਦਾ ਖਸਮ ਹੈ, ਜਿਨ੍ਹਾਂ ਦਾ ਕੋਈ ਖਸਮ ਨਹੀਂ, ਕੋਈ ਮਾਲਕ ਨਹੀਂ, ਕੋਈ ਘਰ-ਬਾਰ ਨਹੀਂ, ਕੋਈ ਥਾਂ ਟਿਕਾਣਾ ਨਹੀਂ, ਉਹਨਾਂ ਦਾ ਗੁਰੂ ਖਾਲਸਾ ਜੀ ਬ੍ਰਹਮ ਗਿਆਨੀ ਆਪ ਹੀ ਹੈ। ਕਿਉਂਕਿ ਬ੍ਰਹਮ ਗਿਆਨੀ ਪਰਮੇਸ਼ਰ ਹੈ ਨਾ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਗੁਰੂ ਖਾਲਸਾ ਜੀ ਆਪ ਪਰਮੇਸ਼ਰ ਹੈ। ਤੇ ਪਰਮੇਸ਼ਰ ਸਾਰਿਆਂ ਦਾ ਹੀ ਨਿਥਾਵਿਆਂ ਦਾ ਥਾ ਹੈ, ਨਿਮਾਣਿਆਂ ਦਾ ਮਾਣ ਹੈ, ਨੇ ਤਾਣਿਆਂ ਦਾ ਤਾਣ ਹੈ, ਨੇ ਪਤਿਆਂ ਦੀ ਪਤ ਹੈ, ਨੇ ਘਰਿਆਂ ਦਾ ਘਰ ਹੈ। ਤੇ ਜੇ ਬ੍ਰਹਮ ਗਿਆਨੀ ਹੈ ਤੇ ਉਹ ਵੀ ਤੇ ਉਹੀ ਰੂਪ ਹੈ ਨਾ, ਸਾਧ ਰੂਪ ਆਪਣਾ ਤਨ ਧਾਰਿਆ, ਪਰਮੇਸ਼ਰ ਆਪ ਹੀ ਹੈ। ਤਾਂ ਕਰਕੇ ਜ਼ਿਕਰ ਕਰਦੇ ਨੇ ਗੁਰੂ ਕਿਆ ਸਿੱਖਾ, ਬ੍ਰਹਮ ਗਿਆਨੀ ਅਨਾਥ ਕਾ ਨਾਮ, ਜਿਹੜੇ ਯਤੀਮ ਨੇ, ਅਨਾਥ ਨੇ, ਜਿਨ੍ਹਾਂ ਦਾ ਕੋਈ ਨਹੀਂ ਇਸ ਜਹਾਨ ਵਿੱਚ, ਇਹ ਸੰਸਾਰ ਸਾਗਰ ਦੇ ਵਿੱਚ, ਸਮੁੰਦਰ ਦੇ ਵਿੱਚ, ਉਹਨਾਂ ਦਾ ਫਿਰ ਗੁਰੂ ਖਾਲਸਾ ਜੀ ਬ੍ਰਹਮ ਗਿਆਨੀ ਆਪ ਮਾਲਕ ਬਣਦਾ ਹੈ। ਉਹਨਾਂ ਦੇ ਸਿਰ ਤੇ ਫਿਰ ਬ੍ਰਹਮ ਗਿਆਨੀ ਜਿਹੜਾ ਹੈ ਨਾ, ਉਹ ਆਪ ਕਿਰਪਾ ਕਰਕੇ ਜਿਹੜਾ ਹੈ ਉਹਨਾਂ ਦਾ ਮਾਲਕ ਬਣਦਾ, ਸਹਾਰਾ ਬਣਦਾ ਹੈ ਜੀ। ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਤੇ ਜ਼ਿਕਰ ਕਰਦੇ ਨੇ ਬ੍ਰਹਮ ਗਿਆਨੀ ਦਾ ਗੁਰੂ ਖਾਲਸਾ ਜੀ ਸਾਰਿਆਂ ਦੇ ਹੀ ਹੱਥ ਹੁੰਦਾ ਹੈ, ਕਿਰਪਾ ਰੂਪੀ ਹੱਥ ਸਭਨਾ ਤੇ। ਇਹ ਨਹੀਂ ਵੀ ਅਸੀਂ ਜਾਣਦੇ ਆ, ਅਸੀਂ ਜਾਣਦੇ ਆ, ਸੰਗ ਕਰਦੇ ਆ, ਤਾਂ ਕਰਕੇ ਜਿਹੜਾ ਨਹੀਂ ਵੀ ਜਾਣਦਾ ਉਹਦਾ ਉਹਦੇ ਤੇ ਵੀ ਹੱਥ ਹੈ। ਬ੍ਰਹਮ ਗਿਆਨੀ ਸਭਨਾ ਦਾ ਹੀ ਭਲਾ ਲੋਚਦਾ ਹੈ, ਸਭਨਾ ਦੇ ਗੁਰੂ ਖਾਲਸਾ ਜੀ। ਕਿਉਂਕਿ ਆਪਾਂ ਪਿੱਛੇ ਪੜਿਆ ਹੈ ਨਾ, ਬ੍ਰਹਮ ਗਿਆਨੀ ਪਰਉਪਕਾਰ ਉਮਾਖਾ, ਬ੍ਰਹਮ ਗਿਆਨੀ ਤੇ ਹਮੇਸ਼ਾ ਪਰਉਪਕਾਰੀ ਸੁਭਾਅ ਰੱਖਦੇ ਨੇ। ਉਹ ਇਹ ਨਹੀਂ ਵੇਖਦੇ ਵੀ ਇਹ ਰੋਜ਼ ਆਉਂਦਾ ਕਿ ਅੱਜ ਹੀ ਆਇਆ, ਇਹ ਗੁਰੂ ਖਾਲਸਾ ਜੀ ਕਦੋਂ ਆਉਂਦਾ ਹੈ। ਇੱਥੇ ਬੜੇ ਬੜੇ ਬ੍ਰਹਮ ਗਿਆਨੀ ਆਪੋ ਬਣੇ ਨੇ, ਜਿਹੜੇ ਕਹਿੰਦੇ ਨੇ ਪਹਿਲਾਂ ਸਾਡੀ ਸੰਗਤ ਕਰੋ, ਇੰਨੇ ਦੀਵਾਨ ਸਾਡੇ ਲਾਓ, ਸੁਣੋ, ਤੇ ਫੇਰ ਸਾਡੇ ਨਾਲ ਭਜਨ ਕਰਿਓ, ਫੇਰ ਸਾਡੇ ਸਾਹਮਣੇ ਦਰਸ਼ਨਾਂ ਨੂੰ ਆਇਓ। ਪਰ ਗੁਰੂ ਖਾਲਸਾ ਜਿਹੜਾ ਪੂਰਨ ਬ੍ਰਹਮ ਗਿਆਨੀ ਹੈ ਨਾ, ਮਹਾਤਮਾ ਰੂਪ, ਜਿਹਦੇ ਪਰਥਾਏ ਬਾਣੀ ਚ ਆਉਂਦਾ ਹੈ, ਬ੍ਰਹਮ ਗਿਆਨੀ ਸੇ ਜਨ ਪਏ, ਨਾਨਕ ਜਿਨ ਕਹੋ ਰੱਬ ਆਪ ਕਰੇ। ਜਿਨ੍ਹਾਂ ਨੂੰ ਮਾਲਕ ਨੇ ਆਪ ਬ੍ਰਹਮ ਗਿਆਨੀ ਬਣਾਇਆ ਹੈ, ਉਹ ਗੁਰੂ ਖਾਲਸਾ ਜੀ ਕਿਸੇ ਨਾਲ ਕੋਈ ਭੇਦਭਾਵ, ਕੋਈ ਕਿਸੇ ਤਰ੍ਹਾਂ ਦਾ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਉਹ ਸਾਰਿਆਂ ਦੇ ਉੱਪਰ ਕਿਰਪਾ ਰੂਪੀ, ਬਖਸ਼ ਰੂਪੀ ਜਿਹੜਾ ਹੱਥ ਹੈ ਉਹ ਧਰ ਕੇ ਰੱਖਦੇ ਨੇ, ਭਾਵ ਸਭਨਾਂ ਦੇ ਉੱਪਰ ਹੀ ਮਿਹਰ ਵਰਤਾਉਂਦੇ ਹਨ। ਬ੍ਰਹਮ ਗਿਆਨੀ ਕਾ ਸਗਲ ਆਕਾਰ। ਅੱਗੇ ਜ਼ਿਕਰ ਕਰਦੇ ਨੇ ਵੀ ਜਿੰਨੇ ਵੀ ਆਕਾਰ ਨੇ ਸੰਸਾਰ ਦੇ ਵਿੱਚ, ਇਹ ਸਾਰੇ ਬ੍ਰਹਮ ਗਿਆਨੀ ਦੇ ਨੇ। ਕਿਉਂਕਿ ਬ੍ਰਹਮ ਗਿਆਨੀ ਸਾਰੀਆਂ ਥਾਵਾਂ ਤੇ ਵਿਆਪਕ ਹੈ। ਬ੍ਰਹਮ ਗਿਆਨੀ ਦੀ ਗੁਰੂ ਖਾਲਸਾ ਜੀ ਸਭਨਾ ਥਾਵਾਂ ਤੇ ਜੀਵਨ ਦੀ ਜਿਹੜੀ ਲੀਲਾ ਹੈ ਉਹ ਪਰਿਪੂਰਨ ਹੋਈ ਪਈ ਹੈ, ਰਮਿਆ ਪਿਆ ਹੈ। ਤੇ ਬ੍ਰਹਮ ਗਿਆਨੀ ਪਰਮੇਸ਼ਰ ਰੂਪ ਹੈ। ਤਾਂ ਕਰਕੇ ਕਹਿੰਦੇ ਜਿੰਨੇ ਆਕਾਰ ਨੇ ਸਾਰੇ ਬ੍ਰਹਮ ਗਿਆਨੀ ਦੇ ਨੇ। ਬ੍ਰਹਮ ਗਿਆਨੀ ਖੁਦ ਸਗਲ ਆਕਾਰ, ਸਾਰੇ ਆਕਾਰਾਂ ਦੇ ਵਿੱਚ ਵਿਆਪਕ ਹੈ, ਤੇ ਸਾਰੇ ਆਕਾਰ ਬ੍ਰਹਮ ਗਿਆਨੀ ਦੇ ਵਿੱਚ ਲੀਨ ਨੇ। ਇਸ ਵਾਸਤੇ ਬ੍ਰਹਮ ਗਿਆਨੀ ਸਗਲ ਆਕਾਰ, ਇਹ ਸਾਰੇ ਜਿਤਨੇ ਵੀ ਆਕਾਰ ਨੇ ਇਹ ਸਾਰੇ ਬ੍ਰਹਮ ਗਿਆਨੀ ਰੂਪ ਹੀ ਹਨ। ਬ੍ਰਹਮ ਗਿਆਨੀ ਆਪ ਨਿਰੰਕਾਰ। ਸਾਰੇ ਆਕਾਰਾਂ ਦਾ ਮਾਲਕ ਹੁੰਦਾ ਹੋਇਆ ਫਿਰ ਨਿਰੰਕਾਰ, ਨਿਰਾ ਆਕਾਰ ਵੀ ਹੈ। ਪਹਿਲਾਂ ਕਿਹਾ ਬ੍ਰਹਮ ਗਿਆਨੀ ਸਗਲ ਆਕਾਰ, ਸਾਰੇ ਆਕਾਰ ਬ੍ਰਹਮ ਗਿਆਨੀ ਦੇ ਨੇ। ਫਿਰ ਕਿਹਾ ਬ੍ਰਹਮ ਗਿਆਨੀ ਆਪ ਨਿਰੰਕਾਰ, ਭਾਵ ਨਿਰਾ ਆਕਾਰ, ਜਿਹਦਾ ਕੋਈ ਆਕਾਰ ਨਹੀਂ। ਜਿਹਨੂੰ ਜਾਪ ਸਹਿਜ ਪੜ੍ਹਦੇ ਆ ਨਾ, ਅਨੇਕ ਹੈ ਫਿਰ ਏਕ ਹੈ, ਅਨੇਕਤਾ ਦੇ ਵਿੱਚ ਵਿਆਪਦਾ ਆਇਆ ਫਿਰ ਇੱਕ ਹੋ ਕੇ ਬੈਠਾ ਹੈ। ਬਾਣੀ ਵਿੱਚ ਬਚਨ ਆਉਂਦਾ ਹੈ, ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹਾ ਨਿਆਰਾ। ਇਸ ਵਾਸਤੇ ਗੁਰੂ ਖਾਲਸਾ ਜੀ
ਬ੍ਰਹਮ ਗਿਆਨੀ ਜਿਹੜਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਬ੍ਰਹਮ ਗਿਆਨੀ ਕਾ ਸਗਲ ਆਕਾਰ। ਸਾਰੇ ਆਕਾਰ ਜਿਹੜੇ ਬ੍ਰਹਮ ਗਿਆਨੀ ਦੇ, ਸਾਰੇ ਆਕਾਰ ਰੂਪ ਵਿਆਪਕ ਬ੍ਰਹਮ ਗਿਆਨੀ ਹੈ। ਫਿਰ ਕਹਿੰਦੇ ਸਾਰਿਆਂ ਆਕਾਰਾਂ ਤੋਂ ਬਾਹਰ ਹੋ ਕੇ ਆਪ ਨਿਰੰਕਾਰ, ਨਿਰੰਕਾਰ ਸਰੂਪ ਨਿਰਾ ਆਕਾਰ, ਆਕਾਰ ਤੋਂ ਰਹਿਤ ਵੀ ਹੈ, ਆਕਾਰ ਦੇ ਸਹਿਤ ਵੀ ਹੈ, ਆਕਾਰ ਤੋਂ ਰਹਿਤ ਵੀ ਹੈ। ਇਹੀ ਤੇ ਬ੍ਰਹਮ ਗਿਆਨੀ ਦੀ ਖਾਸੀਅਤ ਆ। ਅਸੀਂ ਆਕਾਰ ਦੇ ਸਹਿਤ ਹੀ ਹਾਂ, ਜਿੰਨਾ ਚਿਰਿਆਂ ਦੇਹ ਦੇ ਨਾਲ ਹੀ ਹਾਂ। ਦੇਹ ਖਤਮ ਹੋ ਗਈ ਤੇ ਸਾਡਾ ਵਜੂਦ ਖਤਮ ਹੋ ਗਿਆ। ਪਰ ਬ੍ਰਹਮ ਗਿਆਨੀ ਗੁਰੂ ਖਾਲਸਾ ਜੀ ਦੇਹ ਤੋਂ ਪਾਸੇ ਹੋ ਕੇ ਫਿਰ ਨਿਰੰਕਾਰ ਰੂਪ ਹੋ ਜਾਂਦਾ। ਨਿਰੰਕਾਰ ਤੋਂ ਇੱਧਰ ਆ ਕੇ ਆਕਾਰ ਵੀ ਧਾਰ ਲੈਂਦਾ ਹੈ, ਮਰਜ਼ੀ ਦੇ ਨਾਲ ਫਿਰ ਆਕਾਰ ਛੱਡ ਕੇ ਨਿਰਾ ਆਕਾਰ ਵੀ ਹੋ ਜਾਂਦਾ ਹੈ। ਤਾਂ ਕਰਕੇ ਜ਼ਿਕਰ ਕਰਦੇ ਬ੍ਰਹਮ ਗਿਆਨੀ ਆਪ ਨਿਰੰਕਾਰ। ਇਹ ਗੁਰੂ ਕਿਆ ਸਿੱਖਾ, ਬ੍ਰਹਮ ਗਿਆਨੀ ਆਪ ਜਿਹੜਾ ਹੈ ਨਿਰਾ ਆਕਾਰ ਭਾਵ ਨਿਰੰਕਾਰ ਸਰੂਪ ਹੈ ਜੀ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਅੱਗੇ ਜ਼ਿਕਰ ਕਰਦੇ ਨੇ ਵੀ ਜਿਹੜੀ ਬ੍ਰਹਮ ਗਿਆਨੀ ਦੀ ਸੋਭਾ ਹੈ ਨਾ, ਵਡਿਆਈ ਜਸ, ਉਹ ਗੁਰੂ ਖਾਲਸਾ ਜੀ ਬ੍ਰਹਮ ਗਿਆਨੀ ਨੂੰ ਹੀ ਬਣਾਉਂਦੀ ਹੈ। ਬ੍ਰਹਮ ਗਿਆਨੀ ਤੋਂ ਬਿਨਾਂ ਕਿਸੇ ਨੂੰ ਬਣਦੀ ਨਹੀਂ। ਬ੍ਰਹਮ ਗਿਆਨੀ ਦੀ ਵਡਿਆਈ ਸ਼ੋਭਾ ਉਸਤਤ ਬ੍ਰਹਮ ਗਿਆਨੀ ਬਣੀ, ਬ੍ਰਹਮ ਦੇ ਗਿਆਨ ਨੂੰ ਹੀ ਬਣਦੀ ਹੈ, ਕਿਸੇ ਨੂੰ ਹੋਰ ਬਾਣੀ ਨਹੀਂ ਆਉਂਦੀ। ਜਿਵੇਂ ਪਿੱਛੇ ਸ਼ਬਦ ਆ ਰਹੇ ਸੀ, ਕਾਲੀ ਸ਼ਾਹ ਦੀਵਾਨ ਦੇ ਸ਼ਬਦ ਸੀ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਹੁਣ ਬ੍ਰਹਮ ਗਿਆਨੀ ਦੀ ਗਤ ਜਿਹੜੀ ਆ ਉਹ ਬ੍ਰਹਮ ਗਿਆਨੀ ਜਾਣਦਾ ਹੈ, ਤੇ ਬ੍ਰਹਮ ਗਿਆਨੀ ਦੀ ਸ਼ੋਭਾ ਵੀ ਬ੍ਰਹਮ ਗਿਆਨੀ ਨੂੰ ਬਣਦੀ ਹੈ, ਕਿਸੇ ਆਪ ਬੰਦੇ ਨੂੰ ਥੋੜੀ ਬਣਨੀ ਹੈ। ਜਿਹੜਾ ਮਾਇਆ ਤੱਕਿਆ ਪਿਆ ਏ, ਕਾਮ ਕ੍ਰੋਧ ਨਾਲ ਭਰਿਆ ਪਿਆ ਏ, ਜਿਹਨੂੰ ਕਦੇ ਗੁਰੂ ਦੀ ਯਾਦ ਹੀ ਨਹੀਂ ਆਈ, ਉਹਨੂੰ ਬ੍ਰਹਮ ਗਿਆਨੀ ਨਾਲ ਕੀ ਤੁਲਨਾ ਦਿਆਂਗੇ। ਇਸ ਵਾਸਤੇ ਜਿਵੇਂ ਭੱਟ ਸਾਹਿਬਾਨਾਂ ਨੇ ਗੁਰੂ ਖਾਲਸਾ ਜੀ ਸਵਈਆਂ ਦੇ ਵਿੱਚ ਉਚਾਰਿਆ, ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਥਾਏ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਭੱਟਾਂ ਨੇ ਉਚਾਰਿਆ ਹੈ ਨਾ ਵੀ ਗੁਰੂ ਅਮਰਦਾਸ ਤੇਰੀ ਤੈਨੂੰ ਬਣ ਆਉਂਦੀ ਹੈ, ਤੇਰੇ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ। ਇੱਥੇ ਵੀ ਗਰੀਬ ਨਵਾਜ਼ ਜ਼ਿਕਰ ਕਰਦੇ ਨੇ, ਆ ਗੁਰੂ ਕਿਆ ਸਿੱਖਾ, ਜਿਹੜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਹੈ ਉਹ ਅਕਾਲ ਨੂੰ ਹੀ ਬਣਦੀ ਹੈ। ਜਿਹੜੀ ਬ੍ਰਹਮ ਗਿਆਨੀ ਦੀ ਸ਼ੋਭਾ ਵਡਿਆਈ ਹੈ ਉਹ ਬ੍ਰਹਮ ਗਿਆਨੀ ਨੂੰ ਹੀ ਬਣ ਆਉਂਦੀ ਹੈ, ਕਿਸੇ ਹੋਰ ਨੂੰ ਨਹੀਂ। ਹੁਣ ਜਿਹਦੀ ਕਮਾਈ ਹੈ ਉਹ ਉਹਨੂੰ ਹੀ ਬਣ ਆਉਣੀ ਹੈ ਨਾ। ਜਿਹਨੇ ਗੁਰੂ ਖਾਲਸਾ ਦੀ ਵਿਦਿਆ ਪੜ੍ਹੀ, ਸਰਟੀਫਿਕੇਟ ਉਹਨੂੰ ਹੀ ਮਿਲਣਾ, ਦੂਜੇ ਨੂੰ ਥੋੜੀ ਮਿਲਣਾ। ਦੂਜੇ ਆ ਫੜ ਵੀ ਲਵੇਗਾ ਤੇ ਪਤਾ ਲੱਗ ਜਾਣਾ ਵੀ ਨਹੀਂ ਇਹਦਾ ਨਹੀਂ ਹੈ। ਇਸੇ ਤਰੀਕੇ ਨਾਲ ਜਿਹੜਾ ਬ੍ਰਹਮ ਗਿਆਨੀ, ਜੋ ਉਹਦਾ ਗੁਰੂ ਖਾਲਸਾ ਜੀ ਗਿਆਨ ਜੀਵਨ ਮੁਸ਼ੱਕਤ ਜੀਵਨ, ਉਹਦੇ ਸਦਕਾ ਸਾਰੀ ਵਡਿਆਈ ਫਿਰ ਉਹਨੂੰ ਹੀ ਬਣ ਆਉਂਦੀ ਹੈ ਜੀ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਅਖੀਰ ਫਿਰ ਜ਼ਿਕਰ ਕਰਦੇ ਨੇ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਬ੍ਰਹਮ ਗਿਆਨੀ ਜਿਹੜਾ ਹੈ ਨਾ ਉਹ ਗੁਰੂ ਖਾਲਸਾ ਜੀ ਸਾਰਿਆਂ ਦਾ ਹੈ, ਸਮੁੱਚੇ ਜਹਾਨ ਦਾ ਹੈ, ਕੁੱਲ ਕਾਇਨਾਤ ਦਾ ਹੈ, ਸਾਰੀ ਸ੍ਰਿਸ਼ਟੀ ਦਾ ਧਨੀ ਕਹੀਏ, ਮਾਲਕ ਹੈ। ਬਾਣੀ ਵਿੱਚ ਧਨੀ ਸ਼ਬਦ ਬਹੁਤ ਵਾਰ ਆਇਆ ਹੈ। ਧਨੀ ਦਾ ਅਰਥ ਜ਼ਿਆਦਾ ਵਿਦਵਾਨਾਂ ਨੇ ਮਾਲਕ ਕੀਤਾ ਹੈ। ਕੋਈ ਦੇਗ ਦਾ ਧਨੀ ਹੈ, ਕੋਈ ਤੇਗ ਦਾ ਧਨੀ ਹੈ, ਕੋਈ ਕਲਮ ਦਾ ਧਨੀ ਹੈ, ਕੋਈ ਮਾਇਆ ਦਾ ਧਨੀ ਹੈ, ਕੋਈ ਗੁਣ ਦਾ ਧਨੀ ਹੈ, ਕੋਈ ਸੁੰਦਰਤਾ ਦਾ ਧਨੀ ਹੈ, ਕੋਈ ਬਲ ਦਾ ਧਨੀ ਹੈ। ਗੁਰੂ ਖਾਲਸਾ ਜੀ ਕੋਈ ਘਰ ਪਰਿਵਾਰ ਦਾ ਧਨੀ ਹੈ, ਪਰ ਜਿਹੜਾ ਬ੍ਰਹਮ ਗਿਆਨੀ ਹੈ ਉਹ ਗੁਰੂ ਖਾਲਸਾ ਜੀ ਸਮੁੱਚੇ ਜਹਾਨ ਦਾ ਹੀ ਧਨੀ ਹੈ। ਬਾਣੀ ਵਿੱਚ ਪਰਮੇਸ਼ਰ ਦੇ ਪ੍ਰਥਾਏ ਧਰੀ ਸ਼ਬਦ ਵੀ ਆਉਂਦਾ ਹੈ, ਕਿਉਂਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਤਾਂ ਕਰਕੇ ਜ਼ਿਕਰ ਕਰਦੇ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਜਿਹੜਾ ਬ੍ਰਹਮ ਗਿਆਨੀ ਹੈ ਨਾ ਉਹ ਕੁੱਲ ਕਾਇਨਾਤ ਸਮੁੱਚੇ ਜਹਾਨ ਸਾਰੀ ਸ੍ਰਿਸ਼ਟੀ ਦਾ ਧਨੀ ਕਹੀਏ, ਮਾਲਕ ਹੈ। ਇੱਥੇ ਗੁਰੂ ਖਾਲਸਾ ਜੀ 8 ਅਸ਼ਟਪਦੀਆਂ ਸੰਪੂਰਨ ਹੋਈਆਂ ਨੇ। 8ਵੀਂ ਅਸ਼ਟਪਦੀ ਸੰਪੂਰਨ ਹੋਈ ਹੈ। ਅੱਗੇ 9ਵਾਂ ਸ਼ਲੋਕ ਆਰੰਭ ਹੋ ਰਿਹਾ, ਅਗਲੇ ਦੀਵਾਨ ਚ ਦਾ ਜ਼ਿਕਰ ਆਵੇਗਾ। ਸੋ ਬ੍ਰਹਮ ਗਿਆਨੀ ਦੇ ਜੀਵਨ ਪ੍ਰਤਾਏ ਸਰਬ ਕਾ ਧਨੀ। ਬ੍ਰਹਮ ਗਿਆਨੀ ਜਦੋਂ ਆਪ ਹੀ ਪਰਮੇਸ਼ਰ ਹੋ ਗਿਆ ਤੇ ਪਰਮੇਸ਼ਰ ਵੀ ਸਾਰੇ ਜਹਾਨ ਦਾ ਮਾਲਕ ਹੈ।
ਜਿਹੜਾ ਪਰਮੇਸ਼ਰ ਦੇ ਨਾਲ ਮਿਲ ਗਿਆ ਉਹ ਵੀ ਉਸ ਜਹਾਨ ਦਾ ਮਾਲਕ ਹੋ ਗਿਆ। ਜਿਵੇਂ ਗੁਰੂ ਖਾਲਸਾ ਜੀ, ਇੱਕ ਬਾਪ ਨੇ ਬੜੀ ਕਮਾਈ ਕੀਤੀ, ਮਰਲਿਆਂ ਤੋਂ ਮੁਰੱਬਿਆਂ ਤੇ ਪਹੁੰਚ ਗਿਆ, ਜ਼ਮੀਨ ਜਾਇਦਾਦ ਦਾ ਮਾਲਕ ਬਣਿਆ, ਮਾਇਆ ਦੁਨੀਆ ਤੇ ਪ੍ਰਭਤਾ ਵਡਿਆਈ ਲਈ, ਉਹਦੇ ਘਰ ਸੰਤਾਨ ਹੋਈ, ਉਹ ਜੰਮਦਾ ਹੀ ਉਹਦੇ ਹਿੱਸੇ ਦਾ ਬਰਾਬਰ ਦਾ ਮਾਲਕ ਬਣ ਗਿਆ। ਸੰਤਾਨ ਵੱਡੀ ਹੋਈ, ਉਹਨੇ ਵਿਆਹਿਆ, ਜਿਹੜੇ ਪਰਿਵਾਰ 'ਚ ਵਿਆਹ ਕੀਤਾ ਉਹਨਾਂ ਪਹਿਲਾਂ ਕੋਈ ਸਾਂਝ ਨਹੀਂ। ਜਿਸ ਬੀਬੀ ਦੇ ਨਾਲ ਵਿਆਹ ਹੋਇਆ ਉਹਨੇ ਦਰਵਾਜ਼ੇ ਦੀ ਦਹਲੀਜ਼ ਤੇ ਪੈਰ ਰੱਖਿਆ, ਗੁਰੂ ਖਾਲਸਾ ਜੀ ਘਰ ਆਉਂਦਿਆਂ ਸਾਰੇ ਦੇ ਅੱਧ ਦੀ ਬਰਾਬਰ ਦੀ ਹਿੱਸੇਦਾਰ ਬਣ ਗਏ। ਉਹਦਾ ਵੀ ਉਹਨਾਂ ਹੀ ਹੱਕ ਹੋ ਗਿਆ ਜਿੰਨਾ ਪਹਿਲਾਂ ਘਰ ਵਾਲੇ ਦਾ ਸੀ, ਬਣਾਉਣ ਵਾਲੇ ਦਾ ਵੀ ਉਹਨਾਂ, ਘਰ ਵਿੱਚ ਪੈਰ ਰੱਖ ਕੇ ਬਰਾਬਰ ਤੇ ਰਹਿਣ ਵਾਲੇ ਦਾ ਵੀ ਉਹਨਾਂ। ਇਦਾਂ ਹੀ ਪਰਮੇਸ਼ਰ ਦਾ ਤੇ ਸਾਰੇ ਪਾਸੇ ਗੁਰੂ ਖਾਲਸਾ ਜੀ ਮਾਲਕ ਸੁਭਾਅ ਹੈ। ਪਰਮੇਸ਼ਰ ਤੇ ਸਰਬ ਦਾ ਮਾਲਕ ਹੈ, ਵਿਆਪਕ ਹੈ। ਜਿਹੜਾ ਪਰਮੇਸ਼ਰ ਦੇ ਘਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਪਰਮੇਸ਼ਰ ਦੇ ਨਾਲ ਅਭੇਦ ਹੋ ਜਾਂਦਾ ਹੈ, ਜੁੜ ਜਾਂਦਾ ਹੈ, ਆਤਮਾ ਪ੍ਰਾਤਮਾ ਇੱਕੋ ਕਰਾ, ਇੱਕੋ ਹੀ ਰੂਪ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਹ ਫਿਰ ਪਰਮੇਸ਼ਰ ਦੀ ਨਿਆਈ ਸਾਰਿਆਂ ਦਾ ਹੀ ਮਾਲਕ ਬਣ ਜਾਂਦਾ, ਕਿਉਂਕਿ ਪਰਮੇਸ਼ਰ ਦੇ ਨਾਲ ਜੁੜ ਗਿਆ ਨਾ, ਉਹ ਵੀ ਪਰਮੇਸ਼ਰ ਹੀ ਹੋ ਗਿਆ, ਦੇਹ ਦਾ ਹੀ ਫਰਕ ਰਹਿ ਗਿਆ। ਤੇ ਜੋ ਕੁਝ ਮਾਲਕ ਦਾ ਏ ਉਹ ਫਿਰ ਮਾਲਕ ਆਪਣੇ ਸਿੱਖ ਨੂੰ ਦੇ ਦਿੰਦਾ। ਜਿਵੇਂ ਬਾਪ ਆਪਣੇ ਪੁੱਤ ਨੂੰ ਦੇ ਦਿੰਦਾ, ਧੀਆਂ ਪੁੱਤਰਾਂ ਨੂੰ ਦੇ ਦਿੰਦਾ, ਇਦਾਂ ਹੀ ਪਰਮੇਸ਼ਰ ਵੀ ਸਾਰਾ ਕੁਝ ਆਪਣਾ ਜਿਹੜਾ ਆਪਣੇ ਸਿੱਖਾਂ ਸੇਵਕਾਂ ਦੇ ਸਾਧੂ ਸਤਿਪੁਰਸ਼ਾਂ ਦੇ ਹਵਾਲੇ ਕਰ ਦਿੰਦਾ ਹੈ। ਸੋ ਇਸ ਪ੍ਰਕਾਰ ਸੇ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਜਿਹੜਾ ਬ੍ਰਹਮ ਗਿਆਨੀ ਹੈ, ਜਦੋਂ ਮਾਲਕ ਵਿੱਚ ਲੀਨ ਹੋ ਗਿਆ, ਪਰਮੇਸ਼ਰ ਨੇ ਆਪ ਹੀ ਉਹਨੂੰ ਬ੍ਰਹਮ ਗਿਆਨੀ ਬਣਾਇਆ, ਉਹ ਫਿਰ ਸਮੁੱਚੇ ਜਹਾਨ ਦਾ ਹੀ ਮਾਲਕ ਹੈ। ਇੱਥੇ ਅਸ਼ਟਪਦੀਆਂ ਸੰਪੂਰਨ ਹੋਈਆਂ ਨੇ 8, ਅੱਗੇ 9ਵੇਂ ਦੀ ਰਮਤਾ ਹੋਵੇਗੀ, ਅੱਗੇ ਜ਼ਿਕਰ ਆਵੇਗਾ। ਹੋਈ ਪਹੁੰਚੁਕ ਦੀ ਖਿਮਾ ਦੀ ਸੰਭੂ ਸਿੰਘ ਸੰਗਤਾਂ ਦਾ ਗਾਵਿਆ ਸੁਣਿਆ ਥਾਏ ਪਾਉਣ, ਅਗਾਹ ਤੋਂ ਸਮਾਂ ਬਖਸ਼ ਕੇ ਆਪ ਸੇਵਾਵਾਂ ਕਰਾਉਂਦੇ ਰਹਿਣ। ਸਤਿਗੁਰੂ ਜੀ ਦਇਆ ਕਰਨ। ਸਮੂਹ ਸੰਗਤਾਂ ਦਾ ਧੰਨਵਾਦ। ਅਤੀ ਸਤਿਕਾਰਯੋਗ ਵਿਦਿਆ ਦਾਤੇ ਬਾਬਾ ਗੁਰਵਿੰਦਰ ਸਿੰਘ ਜੀ, ਜੋ ਸ਼੍ਰੀ ਸਰਬਲੋ ਗੰਗਾ ਨਗਰੀ ਦੇ ਮੁੱਖ ਸੰਚਾਲਕ ਨੇ, ਉਹਨਾਂ ਦਾ ਧੰਨਵਾਦ। ਹਾਜ਼ਰੀ ਤੇ ਬਾਬਾ ਜੀ ਦੀ ਹੁੰਦੀ ਹੈ, ਆਪ ਹੀ ਤਰਸ ਕਰਕੇ ਵਿਦਿਆਰਥੀਆਂ ਨੂੰ ਅਸੀਸ ਬਖਸ਼ਦੇ ਨੇ, ਉਹਨਾਂ ਦਾ ਧੰਨਵਾਦ। ਕੋਟਨ ਕੋਟਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਸਭਨਾਂ ਤੇ ਗੁਰੂ ਖਾਲਸਾ ਜੀ ਮਿਹਰ ਕਰਕੇ ਤਰਸ ਕਰਕੇ ਆਪਣੇ ਕਲਾਵੇ ਵਿੱਚ ਲਾ ਕੇ ਸੰਗਤ ਰੂਪ ਕਰਕੇ ਸੰਗਤ ਕਰਨ ਦਾ ਬਲ ਬਖਸ਼ਿਸ਼ ਕੀਤਾ ਹੈ। ਸੋ ਹੋਈ ਭੁੱਲ ਚੁੱਕ ਦੀ ਖਿਮਾ ਦੀ ਅਸੀਸ ਬਖਸ਼ੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।